ਸੰਗਤ ਜੀ, ਸਿਰਫ ਸਿੱਖ ਦੇ ਲਈ ਕੇਸ ਰੱਖਣੇ ਜ਼ਰੂਰੀ ਨਹੀਂ ਹਨ। ਮਨੁੱਖ ਜਿਸ ਮਰਜ਼ੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੋਵੇ, ਜਿਸ ਮਰਜ਼ੀ ਫੇਥ ਜਾਂ ਰਿਲੀਜਨ ਨੂੰ ਫੋਲੋ ਕਰਦਾ ਹੋਵੇ, ਬਿਲੀਵ ਕਰਦਾ ਹੋਵੇ, ਚਾਹੇ ਉਹ ਕ੍ਰਿਸਚੈਨਿਟੀ ਹੈ, ਇਸਲਾਮ ਹੈ, ਹਿੰਦੂਇਜ਼ਮ ਜਾਂ ਸਿੱਖੀਜ਼ਮ ਹੈ, ਹਰ ਮਨੁੱਖ ਦੇ ਲਈ ਕੇਸ ਰੱਖਣੇ ਜ਼ਰੂਰੀ ਹਨ, ਬਹੁਤ ਇੰਪੋਰਟੈਂਟ ਹਨ। ਸਭ ਤੋਂ ਪਹਿਲਾਂ ਅਸੀਂ ਹਿੰਦੂਇਜ਼ਮ ਦੀ ਗੱਲ ਕਰੀਏ। ਹਿੰਦੂਇਜ਼ਮ ਦੇ ਵਿੱਚ 24 ਅਵਤਾਰ ਮੰਨੇ ਜਾਂਦੇ ਹੈ ਤੇ 24 ਅਵਤਾਰਾਂ ਦੇ ਵਿੱਚੋਂ 2 ਅਵਤਾਰ ਐਸੇ ਹੈ ਜਿਨ੍ਹਾਂ ਦੇ ਮਿਲੀਅਨਸ ਆਫ ਬਿਲੀਵਰਸ, ਮਿਲੀਅਨਸ ਆਫ ਫੋਲੋਅਰਸ ਹਨ। ਇੱਕ ਰਾਮਚੰਦਰ, ਦੂਜਾ ਕ੍ਰਿਸ਼ਨ। ਜੇ ਅਸੀਂ ਰਾਮਚੰਦਰ ਦੀ ਗੱਲ ਕਰੀਏ ਤੇ ਤੁਲਸੀਦਾਸ ਨੇ ਰਾਮਾਇਣ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਐਗਜ਼ਾਮਪਲਸ, ਬਹੁਤ ਸਾਰੇ ਇਨਸੀਡੈਂਟਸ ਐਸੇ ਲਿਖੇ ਹਨ ਜਿੱਥੋਂ ਇਹ ਪ੍ਰੂਵ ਹੁੰਦਾ ਹੈ ਕਿ ਰਾਮਚੰਦਰ ਕੇਸਾਧਾਰੀ ਸੀ। ਇੱਥੋਂ ਤੱਕ ਅੱਜ ਵੀ ਜਦੋਂ ਦੁਸ਼ਹਿਰੇ ਤੋਂ ਪਹਿਲਾਂ ਰਾਮਲੀਲਾ ਵਾਲਾ ਈਵੈਂਟ ਆਰਗੇਨਾਈਜ਼ ਕੀਤਾ ਜਾਂਦਾ ਹੈ, ਜਿਸ ਨੂੰ ਹਜ਼ਾਰਾਂ ਲੋਕਾਂ ਦੀ ਭੀੜ ਦੇਖਣ ਵਾਸਤੇ ਜਾਂਦੀ ਹੈ, ਹੁਣ ਉਸ ਈਵੈਂਟ ਨੂੰ ਆਰਗੇਨਾਈਜ਼ ਕਰਨ ਵਾਲੇ ਜਿਸ ਬੰਦੇ ਨੂੰ ਵੀ ਰਾਮਚੰਦਰ ਦਾ ਰੋਲ ਦਿੰਦੇ ਹੈ, ਉਸ ਦੇ ਸਿਰ ਦੇ ਉੱਤੇ ਨਕਲੀ ਕੇਸ, ਆਰਟੀਫੀਸ਼ੀਅਲ ਕੇਸ, ਨਕਲੀ ਕੇਸਾਂ ਦਾ ਜੋੜਾ ਰੱਖ ਦਿੱਤਾ ਜਾਂਦਾ ਹੈ, ਕਿਉਂਕਿ ਉਸ ਈਵੈਂਟ ਨੂੰ ਆਰਗੇਨਾਈਜ਼ ਕਰਨ ਵਾਲੇ ਜੋ ਆਰਗੇਨਾਈਜ਼ਰਸ ਹਨ, ਉਹ ਪੂਰੀ ਦੁਨੀਆ ਨੂੰ ਦੱਸ ਦੇਣਾ ਚਾਹੁੰਦੇ ਹੈ ਕਿ ਜਿਸ ਰਾਮਚੰਦਰ ਦੇ ਵਿੱਚ ਅਸੀਂ ਬਿਲੀਵ ਕਰਦੇ ਹਾਂ, ਉਹ ਕੇਸਾਧਾਰੀ ਸੀ। ਜੇ ਕ੍ਰਿਸ਼ਨ ਦੀ ਗੱਲ ਕਰੀਏ ਤੇ ਕ੍ਰਿਸ਼ਨ ਨੇ ਵੀ ਸਾਰੀ ਜ਼ਿੰਦਗੀ ਪਰਮੇਸ਼ਵਰ ਦੇ ਬਖਸ਼ਿਸ਼ ਕੀਤੇ ਹੋਏ ਸਾਬਤ ਸੂਰਤ ਸਰੂਪ ਦੀ ਰਿਸਪੈਕਟ ਕੀਤੀ ਹੈ। ਹਿੰਦੂਇਜ਼ਮ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਸਕ੍ਰਿਪਚਰ, ਕੋਈ ਵੀ ਇਸ ਤਰ੍ਹਾਂ ਦਾ ਗ੍ਰੰਥ ਨਹੀਂ ਹੈ ਜਿੱਥੋਂ ਇਹ ਪ੍ਰੂਵ ਕੀਤਾ ਜਾ ਸਕਦਾ ਹੈ ਕਿ ਰਾਮਚੰਦਰ ਤੇ ਕ੍ਰਿਸ਼ਨ ਕੇਸਾਧਾਰੀ ਨਹੀਂ ਸੀ। ਇੱਥੋਂ ਤੱਕ ਹਿੰਦੂਇਜ਼ਮ ਦੇ ਜੋ 4 ਵੇਦ ਹਨ, ਜਿਨ੍ਹਾਂ ਨੂੰ ਪਿਲਰਸ ਆਫ ਹਿੰਦੂਇਜ਼ਮ ਵੀ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਹਿੰਦੂਇਜ਼ਮ ਦਾ ਬੇਸ ਮੰਨਿਆ ਜਾਂਦਾ ਹੈ, ਰਿਗ, ਸ਼ਾਮ, ਯਜੁਰਵੇਦ ਤੇ ਅਥਰਵ ਵੇਦ, ਇਹ 4 ਵੇਦ ਨੇ ਹਿੰਦੂਇਜ਼ਮ ਦੇ। ਹਰ ਸਿੱਖ ਦੇ ਕੋਲ, ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਾਈ ਕਰਨੀ ਹੈ ਸਾਧ ਸੰਗਤ, ਉੱਥੇ ਸਾਡੇ ਕੋਲ ਦੂਸਰੇ ਫੇਥਸ, ਦੂਸਰੇ ਜੋ ਰਿਲੀਜਨਸ ਹਨ, ਉਹਨਾਂ ਦੀ ਕੰਪੈਰੀਟਿਵ ਸਟੱਡੀ ਵੀ ਹੋਣੀ ਚਾਹੀਦੀ ਹੈ। ਹੁਣ ਵੇਦਾਂ ਦੇ ਵਿੱਚੋਂ ਇੱਕ ਐਗਜ਼ਾਮਪਲ ਮੈਂ ਤੁਹਾਡੇ ਨਾਲ ਸਾਂਝ ਪਾਵਾਂਗਾ ਜਿੱਥੋਂ ਇਹ ਪ੍ਰੂਵ ਹੋ ਜਾਏਗਾ ਕਿ ਹਿੰਦੂਇਜ਼ਮ ਦੇ ਵਿੱਚ ਕੇਸਾਂ ਦੀ ਕਿੰਨੀ ਰਿਸਪੈਕਟ ਹੈ। ਵੈਸੇ ਤਾਂ ਹਜ਼ਾਰਾਂ ਇਸ ਤਰ੍ਹਾਂ ਦੇ ਮੰਤਰ ਸਾਨੂੰ ਵੇਦਾਂ ਦੇ ਵਿੱਚ ਲਿਖੇ ਮਿਲਦੇ ਹਨ, ਪਰ ਇੱਕ ਮੰਤਰ ਤੁਹਾਡੇ ਨਾਲ ਸਾਂਝ ਪਾਵਾਂ। ਸ਼ਾਮ ਵੇਦ ਦਾ ਇੱਕ ਰਿਸ਼ੀ ਹੋਇਆ ਹੈ ਜਿਸ ਦਾ ਨਾਮ ਹੈ ਪ੍ਰਜਾਪਤੀ ਰਿਸ਼ੀ। ਇਹ ਇੱਕ ਦੇਵਤੇ ਦੇ ਵਿੱਚ ਬਿਲੀਵ ਕਰਦਾ ਸੀ, ਜਿਸ ਦੇਵਤੇ ਦਾ ਨਾਮ ਸੀ ਸਭਾਪਤੀ ਦੇਵਤਾ, ਤੇ ਰੋਜ਼ ਉਸ ਦੇਵਤੇ ਦੇ ਅੱਗੇ ਇਸ ਨੇ ਪ੍ਰਾਰਥਨਾ ਕਰਨੀ ਹੈ, ਰੋਜ਼ ਉਸ ਦੇ ਅੱਗੇ ਅਰਦਾਸ ਪ੍ਰਾਰਥਨਾ ਕਰਦਾ ਸੀ, ਐ ਮੇਰੇ ਸਭਾਪਤੀ ਦੇਵਤੇ, ਮੇਰੀ ਤੁਸੀਂ ਪ੍ਰਾਰਥਨਾ ਸਵੀਕਾਰ ਕਰੋ, ਮੇਰੇ ਤੇ ਬਖਸ਼ਿਸ਼ ਕਰੋ, ਜੋ ਸਾਬਤ ਸੂਰਤਾ ਸਰੂਪ ਤੁਸੀਂ ਮੈਨੂੰ ਦਿੱਤਾ ਹੈ, ਇਸ ਸਰੂਪ ਦੀ ਮੈਂ ਰਿਸਪੈਕਟ ਕਰਾਂ, ਤੁਹਾਡੇ ਦਿੱਤੇ ਹੋਏ ਕੇਸਾਂ ਵਾਲੇ ਸਰੂਪ ਦੀ ਮੈਨੂੰ ਕਦਰ ਕਰਨੀ ਆ ਜਾਏ। ਉਹ ਰੋਜ਼ ਪ੍ਰਾਰਥਨਾ ਕਰਦਾ, ਕਹਿੰਦਾ ਸ਼ਿਰੋ ਮੇ ਸ਼੍ਰੀਯਸ਼ੋ ਮੁਖੰਗ ਤਵਿਸ਼ੀ, ਕੇਸ਼ਾਂ ਸੱਚ ਸ਼ਸਾਂ ਮਰੋਣੇ। ਲਓ, ਇਸ ਤੋਂ ਵੱਡਾ ਪ੍ਰੂਫ ਹੋਰ ਕੀ ਚਾਹੀਦਾ ਹਿੰਦੂਇਜ਼ਮ ਦੇ ਵਿੱਚ ਕੇਸਾਂ ਦੀ ਰਿਸਪੈਕਟ ਦਾ। ਇਸ ਤੋਂ ਬਾਅਦ ਜੇ ਗੱਲ ਕਰੀਏ ਅਸੀਂ ਇਸਲਾਮ ਦੀ, ਇਸਲਾਮ ਦੇ ਇੱਕ ਬਹੁਤ ਫੇਮਸ ਰਾਈਟਰ ਹੋਏ ਹਨ ਜਿਨ੍ਹਾਂ ਦਾ ਨਾਮ ਹੈ ਖਵਾਜਾ ਹਸਨ ਨਿਜ਼ਾਮੀ ਦੇਲਵੀ। ਇਹਨਾਂ ਇੱਕ ਬੁੱਕ ਲਿਖੀ ਹੈ ਜਿਸ ਦਾ ਨਾਮ ਹੈ ਕਬਰੋਂ ਕੇ ਗੈਬੀ ਨਵਿਸ਼ਤੇ। ਤੁਸੀਂ ਕਿਸੇ ਵੱਡੀ ਲਾਇਬ੍ਰੇਰੀ ਵਿਜ਼ਿਟ ਕਰੋ ਤੇ ਉੱਥੇ ਇਹ ਕਿਤਾਬ ਜ਼ਰੂਰ ਦੇਖੋ, ਜ਼ਰੂਰ ਪੜ੍ਹੋ। ਹੁਣ ਖਵਾਜਾ ਸਾਹਿਬ ਇਸ ਕਿਤਾਬ ਦੇ ਵਿੱਚ ਹਜ਼ਰਤ ਮੁਹੰਮਦ ਦੀ ਕਬਰ ਦਾ ਜ਼ਿਕਰ ਕਰਦੇ ਹੈ। ਕਹਿੰਦੇ ਹੈ ਉਸ ਜਗ੍ਹਾ ਤੇ ਉਹ ਸ਼ਰੀਰ ਦਬਿਆ ਹੋਇਆ, ਉਹ ਸ਼ਰੀਰ, ਉਹ ਪਵਿੱਤਰ ਸ਼ਰੀਰ ਦਫਨ ਹੈ ਜਿਸ ਪਵਿੱਤਰ ਸ਼ਰੀਰ ਨੇ ਜਿਉਂਦਿਆਂ ਜੀ ਹੱਥ ਵਿੱਚ ਸੋਟੀ ਪਕੜੀ ਸੀ, ਭੇਡਾਂ ਬੱਕਰੀਆਂ ਚਾਰੀਆਂ ਸੀ, ਇੱਕ ਅੱਲਾ ਦੀ ਇਬਾਦਤ ਕੀਤੀ ਸੀ। ਤੇ ਅੱਗੇ ਲਿਖਦੇ ਨੇ, ਕਹਿੰਦੇ ਉੱਥੇ ਉਹ ਸ਼ਰੀਰ ਦਫਨਾਇਆ ਹੈ ਜਿਸ ਨੇ ਸਾਰੀ ਜ਼ਿੰਦਗੀ ਖੁਦਾ ਦੇ ਬਖਸ਼ਿਸ਼ ਕੀਤੇ ਹੋਏ ਸਰੂਪ, ਕੇਸਾਂ ਵਾਲੇ ਸਰੂਪ ਦੀ ਕਦਰ ਕੀਤੀ ਹੈ। ਲੋ, ਇਸ ਤੋਂ ਵੱਡਾ ਪ੍ਰੂਫ ਹੋਰ ਕੀ ਚਾਹੀਦਾ ਹੈ। ਇਸਲਾਮ ਦਾ ਇੰਨਾ ਵੱਡਾ ਰਾਈਟਰ, ਇੰਨਾ ਫੇਮਸ ਰਾਈਟਰ, ਉਹ ਲਿਖ ਰਿਹਾ ਹੈ ਕਿ ਹਜ਼ਰਤ ਮੁਹੰਮਦ ਕੇਸਾਧਾਰੀ ਹੈ। ਇਸ ਤੋਂ ਬਾਅਦ ਜੇ ਅਸੀਂ ਕ੍ਰਿਸਚੈਨਿਟੀ ਦੀ ਗੱਲ ਕਰੀਏ ਤੇ ਕ੍ਰਿਸਚੈਨਿਟੀ ਦੇ ਵਿੱਚ ਜੋ ਬਾਈਬਲ ਅਸੀਂ ਦੇਖਦੇ ਹਾਂ ਤੇ ਉਸ ਦੇ ਅੰਦਰ ਜੋ ਹਜ਼ਰਤ ਈਸਾ ਦੀ, ਜੋ ਜੀਸਸ ਦੀ ਪਿਕਚਰ ਹੈ, ਉਹ ਵੀ ਸਾਬਤ ਸੂਰਤ ਕੇਸਾਂ ਵਾਲੇ ਸਰੂਪ ਵਾਲੀ ਪਿਕਚਰ ਉਸ ਦੇ ਵਿੱਚ ਸਾਨੂੰ ਮਿਲ ਜਾਂਦੀ ਹੈ। ਤੇ ਸਾਧ ਸੰਗਤ, ਜੇ ਅਸੀਂ ਸਿੱਖੀ ਦੀ ਗੱਲ ਕਰੀਏ, ਸਿੱਖੀਜ਼ਮ ਦੇ ਵਿੱਚ ਤਾਂ ਕੇਸਾਂ ਨੂੰ ਪਰਮੇਸ਼ਵਰ ਦੀ, ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਬਹੁਤ ਬਹੁਤ ਵੱਡੀ ਦਾਤ ਸਮਝਿਆ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਅਸੀਂ ਸ਼ੁਰੂ ਕਰੀਏ। ਜਦੋਂ ਭਾਈ ਮਰਦਾਨਾ ਜੀ, ਉਹ ਮਹਾਨ ਸਿੱਖ, ਭਾਵੇਂ ਸਾਖੀਕਾਰਾਂ ਨੇ ਇਹਨਾਂ ਦਾ ਬਹੁਤ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ, ਪਰ ਕਦੇ ਅਸੀਂ ਸੋਚਿਆ ਜਿਸ ਮਹਾਨ ਸਿੱਖ ਨੇ 47 ਸਾਲ 47 ਈਅਰਸ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਵਿੱਚ ਬੈਠ ਗੁਰਬਾਣੀ ਦਾ ਕੀਰਤਨ ਕੀਤਾ ਹੋਵੇ, ਰਬਾਬ ਦੀਆਂ ਤਰਬਾਂ ਛੇੜੀਆਂ ਹੋਣ, ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਕੀਤੇ ਹੋਣ,
ਉਹ ਮਹਾਨ ਸਿੱਖ ਕਿੰਨਾ ਸਮਝਦਾਰ, ਕਿੰਨਾ ਇੰਟੈਲੈਕਚੁਅਲ, ਕਿੰਨਾ ਇੰਟੈਲੀਜੈਂਟ ਹੋਵੇਗਾ। ਭਾਈ ਮਰਦਾਨਾ ਜੀ ਜਦੋਂ ਆਪਣੀ ਫੈਮਿਲੀ ਨੂੰ ਮਿਲਣ ਵਾਸਤੇ ਸਤਿਗੁਰੂ ਪਾਤਸ਼ਾਹ ਦੇ ਕੋਲੋਂ ਆਗਿਆ ਲੈਂਦੇ ਆ ਤੇ ਪੁੱਛਦੇ ਆ, ਪਾਤਸ਼ਾਹ ਜੀਓ ਅੱਜ ਮੈਂ ਆਪਣੀ ਫੈਮਿਲੀ ਨੂੰ ਮਿਲਣ ਵਾਸਤੇ ਚੱਲਿਆ, ਉਹਨਾਂ ਲਈ ਕੋਈ ਤੁਹਾਡਾ ਉਪਦੇਸ਼, ਕੋਈ ਮੈਸੇਜ? ਤੇ ਸਤਿਗੁਰੂ ਪਾਤਸ਼ਾਹ ਨੇ ਕਿਹਾ, ਜਦੋਂ ਤੁਸੀਂ ਆਪਣੇ ਫੈਮਿਲੀ ਮੈਂਬਰਸ ਨੂੰ ਮਿਲੋ ਤੇ ਉਹਨਾਂ ਨੂੰ ਮੇਰੇ 3 ਉਪਦੇਸ਼ ਜ਼ਰੂਰ ਸੁਣਾਇਓ। 3 ਉਪਦੇਸ਼। ਉਹ 3 ਉਪਦੇਸ਼ ਕਿਹੜੇ ਹਨ? ਪਹਿਲਾ ਹੈ ਅੰਮ੍ਰਿਤ ਵੇਲੇ ਅੰਮ੍ਰਿਤ ਬਾਣੀ ਦੀ ਸੰਭਾਲ। ਦੂਸਰਾ ਉਪਦੇਸ਼, ਕੋਈ ਵੀ ਨੀਡੀ, ਕੋਈ ਵੀ ਅੰਡਰ ਪ੍ਰਿਵਿਲੇਜਡ, ਕੋਈ ਵੀ ਗਰੀਬ ਲੋੜਵੰਦ ਵਿਅਕਤੀ ਮਿਲਦਾ ਹੈ ਤੇ ਉਸ ਦੀ ਮਦਦ, ਉਸ ਦੀ ਸੰਭਾਲ ਕਰਨੀ ਹੈ। ਤੀਸਰਾ ਉਪਦੇਸ਼ ਸਤਿਗੁਰੂ ਪਾਤਸ਼ਾਹ ਨੇ ਕਿਹਾ, ਕਹਿੰਦੇ ਤੁਸੀਂ ਆਪਣੇ ਸਾਰੇ ਫੈਮਿਲੀ ਮੈਂਬਰਸ ਨੂੰ ਸਮਝਾਇਓ ਕਿ ਜੋ ਸਾਨੂੰ ਉਸ ਪਰਮੇਸ਼ਵਰ ਨੇ, ਪਾਕ ਅੱਲਾ ਨੇ ਜੋ ਸਾਨੂੰ ਸਾਬਤ ਸੂਰਤ ਸਰੂਪ ਬਖਸ਼ਿਸ਼ ਕੀਤਾ ਹੈ, ਅਸੀਂ ਉਸ ਦੀ ਸੰਭਾਲ ਕਰਨੀ ਹੈ, ਕੇਸਾਂ ਵਾਲੇ ਸਰੂਪ ਦੀ ਕਦਰ ਕਰਨੀ ਹੈ। ਇਹ 3 ਮਹਾਨ ਉਪਦੇਸ਼ ਸਤਿਗੁਰੂ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਉਦੋਂ ਬਖਸ਼ਿਸ਼ ਕੀਤੇ ਜਦੋਂ ਉਹ ਆਪਣੇ ਫੈਮਿਲੀ ਮੈਂਬਰਸ ਨੂੰ ਮਿਲਣ ਵਾਸਤੇ ਜਾ ਰਹੇ ਹੈ। ਜੇ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੱਲ ਕਰੀਏ ਤੇ ਸੰਗਤ ਜੀ, ਸਤਿਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਹੁਕਮਨਾਮੇ ਜਾਰੀ ਕੀਤੇ ਸਨ। ਜੋ ਸੰਗਤਾਂ ਦੂਰ ਦੂਰ ਰਹਿੰਦੀਆਂ ਸਨ, ਜੋ ਰੋਜ਼-ਰੋਜ਼ ਸਤਿਗੁਰੂ ਪਾਤਸ਼ਾਹ ਦਾ ਦਰਸ਼ਨ ਕਰਨ ਨਹੀਂ ਸੀ ਆ ਸਕਦੀਆਂ, ਪਾਤਸ਼ਾਹ ਨੇ ਉਹਨਾਂ ਦੇ ਨਾਮ ਹੁਕਮਨਾਮੇ ਜਾਰੀ ਕੀਤੇ। ਇੱਕ ਹੁਕਮਨਾਮਾ ਜੋ ਕਾਬਲ ਦੀ ਸੰਗਤ ਨਾਂ ਜਾਰੀ ਕੀਤਾ, ਜਿਸ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਉਸ ਹੁਕਮਨਾਮੇ ਦੇ ਜੋ ਵਰਡਿੰਗ ਹੈ ਉਸ ਦੇ ਵਿੱਚ ਸਤਿਗੁਰੂ ਪਾਤਸ਼ਾਹ ਕਹਿੰਦੇ ਹੈ, ਸਰਬਤ ਸੰਗਤ ਕਾਬਲ ਗੁਰੂ ਰੱਖੇਗਾ। ਬਹੁਤ ਧਿਆਨ ਨਾਲ ਸੁਣਨਾ ਸਤਿਗੁਰੂ ਦੇ ਜੋ ਸ਼ਬਦ ਨੇ ਉਸ ਹੁਕਮਨਾਮੇ ਦੇ ਵਿੱਚ, ਸਰਬਤ ਸੰਗਤ ਕਾਬਲ ਗੁਰੂ ਰੱਖੇਗਾ। ਤੁਸਾਂ ਉੱਤੇ ਸਾਡੀ ਬਹੁਤ ਖੁਸ਼ੀ ਹੈ, ਤੁਸਾਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ, ਕੇਸ ਰੱਖਣੇ ਇਹ ਸਾਡੀ ਮੋਹਰ ਹੈ। ਤੁਸੀਂ ਕੇਸ ਰੱਖਣੇ, ਇਹ ਸਾਡੀ ਸਟੈਂਪ ਹੈ, ਇਹ ਸਾਡੀ ਮੋਹਰ ਹੈ। ਇਸ ਸਟੈਂਪ ਦੇ ਨਾਲ ਹਜ਼ਾਰਾਂ ਲੱਖਾਂ ਦੀ ਭੀੜ ਵਿੱਚ ਖਲੋਤਾ ਹੋਇਆ ਸਿੱਖ ਦੂਰੋਂ ਪਛਾਣਿਆ ਜਾਂਦਾ ਹੈ, ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਿੱਖ ਹੈ। ਇਹ ਉਹ ਵਿਅਕਤੀ ਹੈ, ਉਹ ਮਨੁੱਖ ਹੈ ਜਿਸ ਨੇ ਅਕਾਲ ਪੁਰਖ ਪਰਮੇਸ਼ਵਰ ਦੀ ਰਜ਼ਾ ਦੇ ਵਿੱਚ ਵਿਸ਼ਵਾਸ ਕੀਤਾ ਹੈ, ਉਸ ਦੇ ਭਾਣੇ, ਉਸ ਦੀ ਰਜ਼ਾ ਨੂੰ ਸੱਤ ਕਰਕੇ ਮੰਨਿਆ ਹੈ। ਇਹ ਸਤਿਗੁਰੂ ਪਾਤਸ਼ਾਹ ਦਾ ਹੁਕਮਨਾਮਾ ਸੀ ਕਾਬਲ ਦੀ ਸੰਗਤ ਨਾਲ। ਇੱਕ ਹੋਰ ਬੇਨਤੀ ਕਰਾਂ ਸਾਧ ਸੰਗਤ, ਜਦੋਂ ਨਬੀ ਖਾਂ ਤੇ ਗਨੀ ਖਾਂ ਤੇ ਨਾਲ 3 ਸਿੱਖ ਨੇ ਸਤਿਗੁਰੂ ਪਾਤਸ਼ਾਹ ਨੂੰ ਉੱਚ ਦਾ ਪੀਰ ਬਣਾ ਕੇ ਫੌਜ ਦੇ ਘੇਰੇ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦੋਂ ਮੁਗਲ ਫੌਜ ਦੇ ਸਿਪਾਹੀ ਪੁੱਛਦੇ ਆ, ਕਹਿੰਦੇ ਆ ਕੌਣ ਨੇ ਇਹ? ਤੇ ਨਬੀ ਖਾਂ ਗਨੀ ਖਾਂ ਕਹਿੰਦੇ ਉੱਚ ਸ਼ਰਾਫ ਦੇ ਪੀਰ ਨੇ, ਉੱਚ ਦੇ ਪੀਰ ਨੇ। ਸਾਧ ਸੰਗਤ, ਨਬੀ ਖਾਂ ਤੇ ਗਨੀ ਖਾਂ ਨੇ ਸਤਿਗੁਰੂ ਪਾਤਸ਼ਾਹ ਨੂੰ ਉੱਚ ਦਾ ਹੀ ਪੀਰ ਕਿਉਂ ਕਿਹਾ, ਕੋਈ ਹੋਰ ਪੀਰ ਕਿਉਂ ਨਹੀਂ ਕਿਹਾ? ਅਸਲ ਵਿੱਚ ਗੁਰੂ ਨਾਨਕ ਪਾਤਸ਼ਾਹ ਜਦੋਂ ਮੱਕੇ ਗਏ ਸਨ ਤੇ ਮੱਕੇ ਵਿੱਚ ਸਤਿਗੁਰੂ ਨੇ ਉੱਚ ਸ਼ਰਾਫ ਦੇ ਪੀਰਾਂ ਦੇ ਨਾਲ ਡਿਸਕਸ਼ਨ ਕੀਤੀ ਸੀ। ਉਹਨਾਂ ਦੇ ਬਹੁਤ ਸਾਰੇ ਸਵਾਲ ਸਨ ਤੇ ਸਤਿਗੁਰੂ ਪਾਤਸ਼ਾਹ ਨੇ ਇੱਕ ਇੱਕ ਸਵਾਲ ਦਾ ਉਹਨਾਂ ਨੂੰ ਜਵਾਬ ਦਿੱਤਾ। ਹੁਣ ਜਦੋਂ ਪੀਰ ਬਹਾਉਦੀਨ ਨੇ ਸਤਿਗੁਰੂ ਪਾਤਸ਼ਾਹ ਨੂੰ ਕੁਐਸਚਨ ਕੀਤਾ, ਕਹਿੰਦਾ ਹੈ, ਪਾਤਸ਼ਾਹ ਜੀਓ, ਬੰਦਾ ਬਾਦ ਸ਼ਰੀਅਤ ਕਦੇ ਪਾਕ ਨਾ ਹੋਏ, ਬਾਝੋਂ ਸੁਨਤ ਆਦਮੀ ਦਰਗਾਹ ਲਈ ਨਾ ਟੋਏ। ਸਤਿਗੁਰੂ ਨੂੰ ਕਹਿੰਦਾ, ਪਾਤਸ਼ਾਹ ਜੀਓ, ਜਿਸ ਮਨੁੱਖ ਨੇ ਸ਼ਰਅ ਦੇ ਵਿੱਚ ਵਿਸ਼ਵਾਸ ਨਹੀਂ ਕੀਤਾ, ਜਿਸ ਮਨੁੱਖ ਨੇ ਸੁਨਤ ਨਹੀਂ ਕੀਤੀ, ਐਸੇ ਮਨੁੱਖ ਨੂੰ ਖੁਦਾ ਦੀ ਦਰਗਾਹ ਦੇ ਵਿੱਚ ਕੋਈ ਢੋਈ ਨਹੀਂ ਮਿਲਦੀ, ਕੋਈ ਥਾਂ ਨਹੀਂ ਮਿਲਦੀ। ਤੇ ਸਤਿਗੁਰੂ ਪਾਤਸ਼ਾਹ ਦਾ ਫਿਰ ਅੱਗੋਂ ਜਵਾਬ ਸੁਣਿਓ। ਇਹ ਪੁਰਾਤਨ ਜਨਮ ਸਾਖੀ ਦੇ ਵਿੱਚੋਂ ਮੈਂ ਤੁਹਾਡੇ ਸਾਹਮਣੇ ਕੋਟ ਕਰ ਰਿਹਾ। ਸਤਿਗੁਰੂ ਪਾਤਸ਼ਾਹ ਨੇ ਅੱਗੋਂ ਜਵਾਬ ਦਿੱਤਾ, ਕਹਿੰਦੇ ਸੱਚੀ ਸੁਨਤ ਰੱਬ ਦੀ ਮੂਏ ਲੈ ਆਇਆ ਨਾਲ। ਬਹੁਤ ਧਿਆਨ ਨਾਲ ਸੁਣਿਓ। ਸੱਚੀ ਸੁਨਤ ਰੱਬ ਦੀ ਮੂਏ ਦਾ ਭਾਵ ਹੈ ਕੇਸ। ਸੱਚੀ ਸੁਨਤ ਰੱਬ ਦੀ ਮੂਏ ਲੈ ਆਇਆ ਨਾਲ। ਰੱਬ ਦੀ ਸੁਨਤ ਕੀ ਹੈ? ਸਭ ਤੋਂ ਵੱਡੀ ਸ਼ਰਅ ਕੀ ਹੈ ਖੁਦਾ ਦੀ? ਕਿ ਜੋ ਉਸਨੇ ਸਾਨੂੰ ਮੂਏ, ਜੋ ਕੇਸ ਬਖਸ਼ਿਸ਼ ਕੀਤੇ ਆ, ਅਸੀਂ ਇਹਨਾਂ ਦੀ ਸੰਭਾਲ ਕਰਨੀ ਹੈ। ਸੱਚੀ ਸੁਨਤ ਰੱਬ ਦੀ ਮੂਏ ਲੈ ਆਇਆ ਨਾਲ, ਜੋ ਰੱਖੇ ਮੂਏ ਸਲਾਮਤੀ, ਜਿਸ ਨੇ ਆਪਣੇ ਮੂਏ, ਆਪਣੇ ਕੇਸਾਂ ਨੂੰ ਸਲਾਮਤ ਰੱਖਿਆ ਹੋਇਆ ਹੈ, ਜੋ ਰੱਖੇ ਮੂਏ ਸਲਾਮਤੀ, ਸੋ ਖਾਸਾ ਬੰਦਾ ਭਾਲ। ਅਵਲ ਸੁਨਤ ਮੂਏ ਹੈ, ਸਿਰ ਤੇ ਰੱਖੇ ਜੋਏ, ਪਾਵੇ ਮਰਾਤਬਾ ਸੈਯਦੀ, ਵੱਡਾ ਰਖੀਆ ਰਸੋਏ। ਹੁਣ ਨਬੀ ਖਾਂ ਤੇ ਗਨੀ ਖਾਂ ਨੂੰ ਪਤਾ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਉੱਚ ਸ਼ਰਾਫਤ ਦੇ ਪੀਰਾਂ ਦੇ ਨਾਲ ਡਿਸਕਸ਼ਨ ਹੋਈ ਹੈ ਤੇ ਉਹਨਾਂ ਲੋਕਾਂ ਦੀ ਡਿਸਕਸ਼ਨ ਦੇ ਨਾਲ ਐਸੀ ਤਸੱਲੀ ਹੋਈ, ਉਹਨਾਂ ਨੇ ਸਤਿਗੁਰੂ ਪਾਤਸ਼ਾਹ ਦੇ ਚਰਨ ਫੜ ਕੇ ਇੱਕ ਪ੍ਰੋਮਿਸ ਕੀਤਾ ਸੀ, ਪਾਤਸ਼ਾਹ ਜੀਓ, ਜਿੰਨੇ ਵੀ ਦੁਨੀਆ ਦੇ ਪੀਰ ਨੇ ਭਾਵੇਂ ਆਪਣੇ ਕੇਸਾਂ ਨੂੰ ਸਾਬਤ ਰੱਖਦੇ ਆ, ਪਰ ਮੁੱਛਾਂ ਦੇ ਜੋ ਵਿਚਕਾਰਲੇ ਕੇਸ ਹਨ, ਲਬਾਂ ਨੂੰ ਜ਼ਰੂਰ ਕਤਲ ਕਰਦੇ ਆ, ਕਟਾਉਂਦੇ ਆ। ਅੱਜ ਅਸੀਂ ਜੋ ਸੱਚੀ ਸੁਨਤ ਸੀ, ਸੱਚੀ ਖੁਦਾ ਦੀ ਸ਼ਰਅ ਸੀ, ਉਸ ਤੋਂ ਅਸੀਂ ਵਾਕਿਫ ਹੋਏ ਹਾਂ। ਅੱਜ ਤੋਂ ਬਾਅਦ ਪਾਤਸ਼ਾਹ ਜੀਓ, ਉੱਚ ਸ਼ਰਾਫ ਦੇ ਪੀਰ ਆਪਣੀਆਂ ਲਬਾਂ ਨੂੰ ਵੀ ਸਾਬਤ ਰੱਖਣਗੇ।
ਸੋ ਨਬੀ ਖਾਂ ਤੇ ਗਨੀ ਖਾਂ ਜਾਣਦੇ ਨੇ, ਭਾਵੇਂ ਸਾਰੇ ਦੁਨੀਆ ਦੇ ਪੀਰ ਕੇਸਾਂ ਨੂੰ ਸਾਬਤ ਰੱਖਦੇ ਨੇ, ਪਰ ਲਬਾਂ ਜ਼ਰੂਰ ਕਤਲ ਕਰਾਉਂਦੇ ਹੈ। ਉੱਚ ਸ਼ਰਾਫਤ ਦੇ ਪੀਰ ਜਿਨ੍ਹਾਂ ਉੱਤੇ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਹੈ, ਉਹ ਆਪਣੀਆਂ ਲਬਾਂ ਵੀ ਸਾਬਤ ਰੱਖਦੇ ਹੈ। ਸੋ ਨਬੀ ਖਾਂ ਤੇ ਗਨੀ ਖਾਂ ਮੁਗਲ ਸਿਪਾਹੀਆਂ ਨੂੰ ਕਹਿ ਰਹੇ ਨੇ, ਇਹ ਉੱਚ ਸ਼ਰਾਫਤ ਦੇ ਪੀਰ ਨੇ, ਉੱਚ ਦੇ ਪੀਰ ਨੇ, ਇਹਨਾਂ ਨੂੰ ਇਸ ਘੇਰੇ ਦੇ ਵਿੱਚੋਂ ਨਿਕਲਣ ਦਿਓ। ਸੋ ਸਾਧ ਸੰਗਤ, ਸਿੱਖੀ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਐਗਜ਼ਾਮਪਲਸ ਤੁਹਾਨੂੰ ਮਿਲ ਜਾਣਗੇ ਜਿੱਥੋਂ ਇਹ ਪ੍ਰੂਵ ਹੁੰਦਾ ਹੈ ਕਿ ਸਿੱਖੀ ਦੇ ਵਿੱਚ ਕੇਸਾਂ ਦੀ ਕਿੰਨੀ ਰਿਸਪੈਕਟ ਹੈ। ਹੁਣ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੱਥੇ ਲਿਖਿਆ ਹੋਇਆ ਕਿ ਸਾਨੂੰ ਕੇਸ ਰੱਖਣੇ ਚਾਹੀਦੇ ਆ। ਸਾਧ ਸੰਗਤ, ਗੁਰਬਾਣੀ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਐਗਜ਼ਾਮਪਲਸ ਹੈ ਜਿੱਥੋਂ ਅਸੀਂ ਸਮਝ ਸਕਦੇ ਹਾਂ ਕਿ ਸਿੱਖੀ ਦੇ ਵਿੱਚ ਕੇਸਾਂ ਦੀ ਕੀ ਇੰਪੋਰਟੈਂਸ ਹੈ। ਕੁਝ ਐਗਜ਼ਾਮਪਲ ਮੈਂ ਤੁਹਾਡੇ ਨਾਲ ਸਾਂਝ ਪਾਵਾਂ। ਪਾਤਸ਼ਾਹ ਕਹਿੰਦੇ ਹੈ, ਮੇਰੇ ਰਾਮ ਹਰ ਜਨ ਕੈ ਹਾਉ ਬਲ ਜਾਈ, ਕੇਸਾਂ ਕਾਕਰ ਚਬਰ ਢੁਲਾਵਾਂ, ਚਰਨ ਧੂੜ ਮੁਖ ਲਾਈ। ਸਤਿਗੁਰੂ ਜੀਓ, ਮੈਂ ਤੁਹਾਡੇ ਤੋਂ ਬਲਿਹਾਰ ਜਾਵਾਂ, ਐ ਰਾਮ, ਇਹ ਘਟ ਘਟ ਵਿੱਚ ਵਸਦੇ ਹੋਏ ਪਰਮੇਸ਼ਵਰ ਜੀਓ, ਮੈਂ ਆਪਣੇ ਕੇਸਾਂ ਦਾ ਚਬਰ ਬਣਾ ਕੇ ਤੁਹਾਡੇ ਉੱਤੇ ਝੁਲਾਵਾਂ। ਹੁਣ ਇਸ ਦਾ ਜੋ ਅੰਤਰੀਵ ਭਾਵ ਸੀ ਕਿ ਮੈਂ ਤੁਹਾਡੇ ਤੋਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ, ਪਰ ਉੱਥੇ ਜੋ ਸਰੂਪ ਹੈ ਉਹ ਕੇਸਾਧਾਰੀ ਸਰੂਪ ਦੀ ਉੱਥੇ ਗੱਲ ਕੀਤੀ ਗਈ ਹੈ। ਫਿਰ ਸਤਿਗੁਰੂ ਪਾਤਸ਼ਾਹ ਜਦੋਂ ਕਿਸੇ ਮੁਸਲਮਾਨ ਵੀਰ ਨੂੰ ਸਮਝਾਉਂਦੇ ਹੈ, ਕਹਿੰਦੇ ਕਾਇਆ ਕਿਰਦਾਰ ਔਰਤ ਯਕੀਨਾ, ਰੰਗ ਤਮਾਸ਼ੇ ਮਾਣ ਹਕੀਨਾ, ਨਾਪਾਕ ਪਾਕ ਕਰ ਹਦੂਰ ਹਦੀਸਾ, ਸਾਬਤ ਸੂਰਤ ਦਸਤਾਰ ਸਿਰਾ। ਸਤਿਗੁਰੂ ਪਾਤਸ਼ਾਹ ਜੇ ਕਿਸੇ ਮੁਸਲਮਾਨ ਵੀਰ ਨੂੰ ਕਹਿ ਰਹੇ ਹੈ ਕਿ ਸੋਹਣੀ ਦਸਤਾਰ ਤੇ ਸਾਬਤ ਸੂਰਤ ਰਹਿਣਾ ਹੈ, ਕਿ ਉਹ ਸਤਿਗੁਰੂ ਜੋ ਮੁਸਲਮਾਨਾਂ ਨੂੰ ਸਮਝਾ ਰਹੇ ਨੇ, ਆਪਣੇ ਪਿਆਰੇ ਸਿੱਖਾਂ ਨੂੰ ਇਹ ਗੱਲ ਨਹੀਂ ਸਮਝਾਉਂਦੇ ਹੋਣਗੇ ਕਿ ਤੁਸੀਂ ਸਾਬਤ ਸੂਰਤਾ ਸਰੂਪ ਦੀ ਸੰਭਾਲ ਕਰਨੀ ਹੈ। ਫਿਰ ਇਸ ਤੋਂ ਬਾਅਦ ਬਾਬਾ ਫਰੀਦ ਜੀ ਦੇ ਸ਼ਬਦ ਉਹ ਲਿਖਦੇ ਨੇ, ਕਹਿੰਦੇ ਫਰੀਦਾ ਸਿਰ ਪਲਿਆ, ਦਾੜੀ ਪਲੀ, ਮੁੱਛਾਂ ਭੀ ਪਲੀਆਂ, ਰੇਮਨ ਗੈਲੇ ਬਾਵਲੇ, ਮਾਣੇ ਕਿਆ ਰਲੀਆਂ। ਭਾਵੇਂ ਇਹ ਸ਼ਬਦ ਮੌਤ ਨਾਲ ਸੰਬੰਧਿਤ ਹੈ ਕਿ ਮੇਰੇ ਸਿਰ ਦੇ ਕੇਸ, ਮੁੱਛਾਂ, ਮੇਰਾ ਦਾੜਾ, ਮੇਰੇ ਕੇਸ ਚਿੱਟੇ ਹੋ ਗਏ ਹਨ, ਅਜੇ ਵੀ ਮੈਂ ਉਸ ਪਰਮੇਸ਼ਵਰ ਦੀ ਯਾਦ ਵਿੱਚ ਨਹੀਂ ਜੁੜਿਆ। ਪਰ ਇਸ ਸ਼ਬਦ ਵਿੱਚੋਂ, ਸਲੋਕ ਦੇ ਵਿੱਚੋਂ ਸਾਨੂੰ ਇੱਕ ਬਹੁਤ ਪਿਆਰੇ ਕਲਚਰ ਨੂੰ ਸਮਝਣ ਦਾ ਮੌਕਾ ਮਿਲਦਾ ਹੈ। ਬਾਬਾ ਸ਼ੇਖ ਫਰੀਦ ਜੀ ਕਹਿ ਰਹੇ ਨੇ, ਹੁਣ ਉਸ ਟਾਈਮ ਦੇ ਵਿੱਚ, ਬਾਬਾ ਸ਼ੇਖ ਫਰੀਦ ਜੀ ਦੇ ਟਾਈਮ ਦੇ ਵਿੱਚ ਲੋਕ ਆਪਣੇ ਕੇਸਾਂ ਦੀ ਕਿੰਨੀ ਰਿਸਪੈਕਟ ਕਰਦੇ ਹੈ, ਉਹਨਾਂ ਦੇ ਸੋਹਣੇ ਦਾੜੇ ਵੀ ਹੈ, ਸੋਹਣੇ ਕੇਸ ਵੀ ਹੈ। ਇਸੇ ਲਈ ਤਾਂ ਬਾਬਾ ਸ਼ੇਖ ਫਰੀਦ ਜੀ ਲਿਖ ਰਹੇ ਨੇ, ਕਹਿੰਦੇ ਸਿਰ ਦੇ ਕੇਸ ਚਿੱਟੇ ਹੋ ਗਏ, ਮੁੱਛਾਂ ਵੀ ਪਲੀਆਂ ਹੋ ਗਈਆਂ, ਦਾੜਾ ਵੀ ਚਿੱਟਾ ਹੋ ਗਿਆ, ਫਰੀਦਾ ਸਿਰ ਪਲਿਆ, ਦਾੜੀ ਪਲੀ, ਮੁੱਛਾਂ ਭੀ ਪਲੀਆਂ, ਕੇਸ ਚਿੱਟੇ ਹੋ ਗਏ ਨੇ, ਮੈਂ ਉਸ ਦੀ ਯਾਦ ਵਿੱਚ ਨਹੀਂ ਜੁੜਿਆ। ਬਹੁਤ ਸਾਰੇ ਇਸ ਤਰ੍ਹਾਂ ਦੇ ਐਗਜ਼ਾਮਪਲਸ ਹਨ ਗੁਰਬਾਣੀ ਦੇ ਵਿੱਚ ਜਿੱਥੋਂ ਸਾਨੂੰ ਇਹ ਸਮਝ ਮਿਲਦੀ ਹੈ ਕਿ ਸਿੱਖੀ ਦੇ ਵਿੱਚ ਕੇਸਾਂ ਦੀ ਕੀ ਰਿਸਪੈਕਟ ਹੈ। ਇੱਕ ਮੇਜਰ ਜਗਤ ਸਿੰਘ ਹੋਏ ਹਨ, ਬਹੁਤ ਪਿਆਰੇ ਸਿੱਖ। ਉਹ ਇੱਕ ਵਾਰ ਤਿੱਬਤ ਦੇ ਵਿੱਚ ਗਏ ਅਤੇ ਤਿੱਬਤ ਵਿੱਚ ਉਹਨਾਂ ਨੂੰ ਕੁਝ ਸਾਬਤ ਸੂਰਤ ਲੋਕ ਮਿਲ ਗਏ ਅਤੇ ਉਹਨਾਂ ਨੂੰ ਦੇਖ ਕੇ ਮੇਜਰ ਜਗਤ ਸਿੰਘ ਨੇ ਸਲਾਮੁ ਵਾਲੇਕੁਮ ਕੀਤਾ। ਹੁਣ ਉਹ ਲੋਕ ਸਲਾਮੁ ਵਾਲੇਕੁਮ ਸੁਣ ਕੇ ਹੱਸਣ ਲੱਗ ਪਏ, ਬੜੇ ਖੁਸ਼ ਹੋਏ। ਅਤੇ ਮੇਜਰ ਜਗਤ ਸਿੰਘ ਉਹਨਾਂ ਨੂੰ ਉਹਨਾਂ ਦੀ ਲੈਂਗੁਏਜ ਦੇ ਵਿੱਚ ਪੁੱਛਦੇ ਹਨ ਕਿ ਮੈਂ ਤਾਂ ਤੁਹਾਨੂੰ ਸਲਾਮੁ ਵਾਲੇਕੁਮ ਕੀਤੀ, ਤੁਸੀਂ ਅੱਗੋਂ ਜਵਾਬ ਨਹੀਂ ਦਿੱਤਾ, ਤੁਸੀਂ ਹੱਸ ਰਹੇ ਹੋ ਮੇਰੀਆਂ ਗੱਲਾਂ ਸੁਣ ਕੇ। ਅਤੇ ਉਹ ਲੋਕ ਆਪਣੀ ਲੈਂਗੁਏਜ ਦੇ ਵਿੱਚ ਮੇਜਰ ਜਗਤ ਸਿੰਘ ਨੂੰ ਕਹਿੰਦੇ ਹੈ ਕਿ ਅਸੀਂ ਉਹ ਲੋਕ ਨਹੀਂ ਹਾਂ ਜੋ ਤੁਸੀਂ ਸਾਨੂੰ ਸਮਝ ਰਹੇ ਹੋ। ਅਤੇ ਮੇਜਰ ਜਗਤ ਸਿੰਘ ਹੁਣਾਂ ਨੇ ਪੁੱਛਿਆ, ਕਹਿੰਦੇ ਫਿਰ ਤੁਸੀਂ ਕੌਣ ਹੋ? ਕਹਿੰਦੇ ਅਸੀਂ ਰਿੰਪੋਚੇ ਗੁਰੂ ਦੇ ਸਿੱਖ ਹਾਂ, ਅਸੀਂ ਰਿੰਪੋਚੇ ਗੁਰੂ ਨੂੰ ਵਿੱਚ ਬਿਲੀਵ ਕਰਦੇ ਹਾਂ। ਉਹਨਾਂ ਪੁੱਛਿਆ, ਕਹਿੰਦੇ ਰਿੰਪੋਚਾ ਗੁਰੂ ਕੌਣ ਹੈ? ਕਹਿੰਦੇ ਉਹੀ ਜੋ ਤੁਹਾਡਾ ਗੁਰੂ ਹੈ। ਮੇਜਰ ਜਗਤ ਸਿੰਘ ਕਹਿਣ ਲੱਗੇ, ਮੈਂ ਤੇ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਹਾਂ। ਕਹਿੰਦੇ ਬਸ ਉਹੀ ਸਾਡੇ ਗੁਰੂ ਹਨ, ਅਸੀਂ ਉਹਨਾਂ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਹਾਂ, ਇਸ ਕਰਕੇ ਅਸੀਂ ਉਹਨਾਂ ਦਾ ਨਾਮ ਆਪਣੀ ਜ਼ੁਬਾਨੋਂ ਨਹੀਂ ਲੈਂਦੇ, ਅਸੀਂ ਉਹਨਾਂ ਨੂੰ ਰਿੰਪੋਚੇ ਗੁਰੂ ਬੋਲਦੇ ਹਾਂ। ਰਿੰਪੋਚੇ ਗੁਰੂ ਦਾ ਮਤਲਬ ਹੁੰਦਾ ਜੋ ਕਲਿਆਣਕਾਰੀ ਗੁਰੂ ਹੋਵੇ, ਜੋ ਸਾਡੀ ਕੇਅਰ ਕਰਦਾ ਹੋਵੇ, ਜੋ ਲੁੱਕ ਆਫਟਰ ਕਰਦਾ ਹੋਵੇ, ਅਸੀਂ ਰਿਸਪੈਕਟ ਦੇ ਨਾਲ ਉਹਨਾਂ ਨੂੰ ਰਿੰਪੋਚੇ ਗੁਰੂ ਬੋਲਦੇ ਹਾਂ। ਸੋ ਸਾਧ ਸੰਗਤ, ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਹਨ ਜਿੱਥੋਂ ਇਹ ਪ੍ਰੂਵ ਹੁੰਦਾ ਹੈ ਕਿ ਸਿੱਖੀ ਦੇ ਵਿੱਚ ਕੇਸਾਂ ਨੂੰ ਕਿੰਨੀ ਵੱਡੀ ਦਾਤ, ਕਿੰਨੀ ਵੱਡੀ ਬਖਸ਼ਿਸ਼ ਸਮਝਿਆ ਜਾਂਦਾ ਹੈ। ਭਾਈ ਨੰਦ ਲਾਲ ਜੀ ਜਿਨ੍ਹਾਂ ਨੇ ਇੱਥੋਂ ਤੱਕ ਜ਼ਿਕਰ ਕੀਤਾ, ਕਹਿੰਦੇ ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਖਸਾਰਮਾ, ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰਮਾ। ਸਤਿਗੁਰੂ ਜੀਓ, ਪੂਰੀ ਦੁਨੀਆ ਦੀ ਦੌਲਤ, ਜਿੰਨੇ ਵੀ ਟ੍ਰੈਜਰਸ ਹਨ, ਜਿੰਨੇ ਵੀ ਖਜ਼ਾਨੇ ਹਨ, ਜੇ ਸਾਰੇ ਇੱਕ ਥਾਂ 'ਤੇ ਇਕੱਠੇ ਕਰ ਦਿੱਤੇ ਜਾਣ, ਸਤਿਗੁਰੂ ਪਾਤਸ਼ਾਹ ਤੁਹਾਡੇ ਇੱਕ ਕੇਸ ਜਾਂ ਤੁਹਾਡੇ ਬਖਸ਼ਿਸ਼ ਕੀਤੇ ਕੇਸਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਇਹਨਾਂ ਨੂੰ ਖਰੀਦਿਆ ਨਹੀਂ ਜਾ ਸਕਦਾ। ਸੋ ਸਾਧ ਸੰਗਤ,
ਬਹੁਤ ਸਾਰੇ ਲੋਕ ਇੰਟੈਂਸ਼ਨਲੀ ਤੇ ਅਨਇੰਟੈਂਸ਼ਨਲੀ ਸਿੱਖ ਬੱਚਿਆਂ ਨੂੰ ਇਹ ਕੁਐਸਚਨ ਕਰਦੇ ਆ ਕਿ ਸਿੱਖ ਬੱਚਿਓ ਤੁਸੀਂ ਕੇਸ ਕਿਉਂ ਰੱਖੇ ਹੋਏ ਹਨ। ਤੇ ਮੈਂ ਸਿੱਖ ਬੱਚਿਆਂ ਨੂੰ ਐਡਰੈਸ ਕਰਨਾ ਚਾਹੁੰਦਾ, ਸਿੱਖ ਬੱਚਿਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ, ਸਮਝਾਉਣਾ ਚਾਹੁੰਦਾ ਕਿ ਜਦੋਂ ਵੀ ਤੁਹਾਨੂੰ ਕੋਈ ਇੰਟੈਂਸ਼ਨਲੀ ਕੋਈ ਸ਼ਰਾਰਤਵਸ਼ ਕੋਈ ਪੁੱਛਣ ਦੀ ਕੋਸ਼ਿਸ਼ ਕਰੇ ਕਿ ਤੁਸੀਂ ਕੇਸ ਕਿਉਂ ਰੱਖੇ ਹੋਏ ਹਨ, ਤੇ ਤੁਸੀਂ ਉਸ ਨੂੰ ਇਹ ਪੁੱਛੋ ਵੀ ਤੇਰਾ ਤੇ ਸਵਾਲ ਹੀ ਗਲਤ ਹੈ, ਤੇਰਾ ਤੇ ਕੁਐਸਚਨ ਹੀ ਗਲਤ ਹੈ। ਸਵਾਲ ਤੇ ਇਹ ਹੋਣਾ ਚਾਹੀਦਾ ਵੀ ਤੂੰ ਕੇਸ ਕਟਾਏ ਕਿਉਂ ਹਨ। ਕੇਸ ਰੱਖੇ ਨਹੀਂ ਜਾਂਦੇ, ਜੋ ਹੈ ਹੀ ਸਾਡੇ ਸਰੀਰ ਦਾ ਅੰਗ, ਜੋ ਹੈ ਹੀ ਸਾਡਾ ਬੋਡੀ ਪਾਰਟ। ਕਦੇ ਕਿਸੇ ਨੇ ਇਹ ਨਹੀਂ ਕਿਹਾ ਤੁਸੀਂ ਬਾਹਾਂ ਕਿਉਂ ਰੱਖੀਆਂ, ਤੁਸੀਂ ਨੱਕ ਕਿਉਂ ਰੱਖਿਆ, ਤੁਸੀਂ ਹੱਥ ਕਿਉਂ ਰੱਖਿਆ, ਤੁਸੀਂ ਲੱਤਾਂ ਕਿਉਂ ਰੱਖੀਆਂ, ਪੈਰ ਕਿਉਂ ਰੱਖੇ ਹੈ। ਜੋ ਹੈ ਹੀ ਸਾਡਾ ਬੋਡੀ ਪਾਰਟ, ਜੋ ਹੈ ਹੀ ਸਰੀਰ ਦਾ ਅੰਗ, ਉਸ ਨੂੰ ਰੱਖਿਆ ਨਹੀਂ ਜਾਂਦਾ। ਇਹ ਤਾਂ ਉਸ ਪਰਮੇਸ਼ਵਰ ਵੱਲੋਂ ਸਾਨੂੰ ਬਹੁਤ ਵੱਡੀ ਬਖਸ਼ਿਸ਼ ਹੈ। ਤੇ ਜਦੋਂ ਅਸੀਂ ਉਸ ਨੂੰ ਪੁੱਛੀਏ ਵੀ ਤੂੰ ਕੇਸ ਕਟਾਏ ਕਿਉਂ ਹਨ, ਤੇ ਅੱਗੋਂ ਜਵਾਬ ਦਿੰਦਾ ਕਿ ਇਹ ਜਵਾਬ ਦੇਗਾ ਨਾ ਬਈ ਅੱਜ ਕੱਲ੍ਹ ਦਾ ਜੋ ਫੈਸ਼ਨ ਹੈ ਉਸ ਨੂੰ ਦੇਖਦਿਆਂ ਹੋਇਆਂ ਮੈਂ ਆਪਣੇ ਕੇਸ ਕਤਲ ਕਰਵਾ ਲਏ। ਤੇ ਉਸ ਨੂੰ ਕੋਈ ਪੁੱਛੇ ਬਈ ਰੱਬ ਤੈਨੂੰ ਵਾਰ-ਵਾਰ ਕੇਸ ਬਖਸ਼ਿਸ਼ ਕਰ ਰਿਹਾ, ਤੂੰ ਵਾਰ-ਵਾਰ ਕੇਸ ਕਤਲ ਕਰਵਾ ਰਿਹਾ, ਰੱਬ ਦੀ ਬਖਸ਼ਿਸ਼ ਦੀ ਤੂੰ ਕਦਰ ਨਹੀਂ ਕੀਤੀ। ਤੇ ਰੱਬ ਨੂੰ ਸਮਝ ਜਾਣਾ ਚਾਹੀਦਾ ਸੀ, ਰੱਬ ਇਆਣਾ ਤਾਂ ਹੈ ਨਹੀਂ, ਉਹ ਤਾਂ ਬੜਾ ਇੰਟੈਲੀਜੈਂਟ ਹੈ, ਬੜਾ ਸਿਆਣਾ ਹੈ। ਉਸ ਨੂੰ ਪਤਾ ਹੋਣਾ ਚਾਹੀਦਾ ਮੈਂ ਵਾਰ-ਵਾਰ ਇਹ ਦਾਤ ਇਸ ਨੂੰ ਦੇ ਰਿਹਾ ਤੇ ਮੇਰੀ ਦਿੱਤੀ ਹੋਈ ਦਾਤ ਇਸ ਨੂੰ ਚੰਗੀ ਨਹੀਂ ਲੱਗਦੀ ਪਈ, ਵਾਰ-ਵਾਰ ਇਸ ਨੂੰ ਕਟਾ ਰਿਹਾ ਹੈ, ਕਤਲ ਕਰਵਾ ਰਿਹਾ ਹੈ। ਮੇਰੀ ਦਾਤ ਦੀ ਕਦਰ ਇਸ ਨੇ ਪਾਈ ਨਹੀਂ, ਮੈਂ ਇਹ ਦਾਤ ਇਸ ਨੂੰ ਹੋਰ ਨਾ ਦਿਆਂ, ਪਰ ਰੱਬ ਹੋਰ ਦਾਤ ਸਾਨੂੰ ਉਹ ਦੇ ਰਿਹਾ ਹੈ। ਇਸ ਦਾ ਭਾਵ ਇਹਨਾਂ ਕੇਸਾਂ ਦੀ ਸਾਡੀ ਬੋਡੀ ਨੂੰ ਬਹੁਤ ਜ਼ਰੂਰਤ ਹੈ, ਬਹੁਤ ਨੀਡ ਹੈ ਸਾਡੀ ਬੋਡੀ ਨੂੰ। ਦੂਜੀ ਗੱਲ, ਫਿਰ ਕੁਝ ਲੋਕ ਇਹ ਵੀ ਕਹਿੰਦੇ ਹੈ ਬਈ ਜੇ ਕੇਸ ਅਸੀਂ ਨਹੀਂ ਕਤਲ ਕਰਾਣੇ, ਤੁਸੀਂ ਕਹਿੰਦੇ ਹੋ ਵੀ ਸਾਡਾ ਬੋਡੀ ਪਾਰਟ ਹੈ, ਤੇ ਜੋ ਸਾਡੇ ਨੇਲਸ ਹਨ, ਜੋ ਸਾਡੇ ਨਹੁੰ ਹਨ, ਉਹ ਅਸੀਂ ਹਫਤੇ 10 ਦਿਨ ਬਾਅਦ ਕਿਉਂ ਕਟਾਉਂਦੇ ਹਾਂ। ਸਾਧ ਸੰਗਤ, ਜੋ ਸਾਡੇ ਕੇਸ ਹਨ ਇਹ ਜਿਉਂਦਾ ਹਨ, ਕੇਸ ਮੁਰਦਾ ਨਹੀਂ ਹਨ। ਜੋ ਨੇਲਸ ਹਨ, ਜੋ ਮਾਸ ਤੋਂ ਅੱਗੇ ਵਧਿਆ ਹੋਇਆ ਹਿੱਸਾ ਹੈ, ਉਹ ਮੁਰਦਾ ਹੈ। ਤੇ ਸਾਧ ਸੰਗਤ, ਮੁਰਦਾ ਚੀਜ਼ ਨੂੰ ਅੱਜ ਤੱਕ ਕਿਸੇ ਨੇ ਵੀ ਨਹੀਂ ਸੰਭਾਲ ਕੇ ਰੱਖਿਆ, ਕਿਸੇ ਨੇ ਨਹੀਂ ਸੰਭਾਲਿਆ। ਖਿਮਾ ਕਰਨਾ, ਕਿਸੇ ਦੀ ਫੈਮਿਲੀ ਦੇ ਵਿੱਚ ਕੋਈ ਡੈਥ ਹੋ ਜਾਏ, ਕੋਈ ਵਿਅਕਤੀ ਕੋਈ ਆਪਣਾ ਸਾਨੂੰ ਵਿਛੋੜਾ ਦੇ ਜਾਏ, ਤੇ ਉਸ ਦੀ ਜੋ ਬੋਡੀ ਹੈ ਅਸੀਂ ਕਿੰਨਾ ਕੁ ਚਿਰ ਆਪਣੇ ਘਰ ਦੇ ਵਿੱਚ ਸੰਭਾਲ ਕੇ ਰੱਖਦੇ ਹਾਂ। ਇੱਕ ਦਿਨ ਜਾਂ ਅਗਲੇ ਦਿਨ ਉਸ ਦਾ ਸੰਸਕਾਰ ਹੋ ਜਾਂਦਾ ਹੈ। ਜਿਸ ਬੰਦੇ ਦੀ ਡੈਥ ਹੋ ਚੁੱਕੀ ਹੈ ਉਸ ਨੂੰ ਘਰ ਦੇ ਵਿੱਚ ਸੰਭਾਲ ਕੇ ਨਹੀਂ ਰੱਖਿਆ ਜਾਂਦਾ। ਜੇ ਕੋਈ ਪੱਤਾ ਪੀਲਾ ਪੈ ਜਾਏ, ਦਰਖਤ ਵੀ ਉਸ ਨੂੰ ਆਪਣੇ ਕੋਲ ਸੰਭਾਲ ਕੇ ਨਹੀਂ ਰੱਖਦਾ, ਉਹ ਟਾਹਣੀਆਂ ਨਾਲੋਂ ਟੁੱਟਦਾ ਹੈ, ਮਿੱਟੀ ਦੇ ਵਿੱਚ ਮਿਲ ਜਾਂਦਾ ਹੈ। ਇੱਕ ਮਰਿਆ ਹੋਇਆ ਪੱਤਾ ਦਰਖਤ ਆਪਣੇ ਕੋਲ ਸਾਂਭ ਕੇ ਨਹੀਂ ਰੱਖਦਾ। ਇੱਕ ਵਿਅਕਤੀ ਜੋ ਸਮੁੰਦਰ ਦੀ ਗਹਿਰਾਈ ਵਿੱਚ, ਸਮੁੰਦਰ ਦੀ ਡੈਪਥ ਤੱਕ ਜਾਣਾ ਚਾਹੁੰਦਾ ਹੈ, ਉਹ ਚਲਾ ਜਾਂਦਾ ਹੈ, ਪਰ ਜਦੋਂ ਉਸ ਵਿਅਕਤੀ ਦੀ ਡੈਥ ਹੋ ਜਾਂਦੀ ਹੈ, ਉਹ ਵਿਛੋੜਾ ਦੇ ਜਾਂਦਾ ਹੈ। ਪਾਣੀ ਵੀ ਉਸ ਬੋਡੀ ਨੂੰ ਆਪਣੇ ਵਿੱਚ ਸੰਭਾਲ ਕੇ ਨਹੀਂ ਰੱਖਦਾ, ਉਹ ਸਰੀਰ ਪਾਣੀ ਦੇ ਉੱਤੇ ਆਉਂਦਾ ਹੈ, ਲਹਿਰਾਂ ਉਸ ਨੂੰ ਕਿਨਾਰੇ 'ਤੇ ਛੱਡ ਜਾਂਦੀਆਂ। ਨਾ ਤੇ ਪਾਣੀ ਨੇ ਕਿਸੇ ਡੈਡ ਬੋਡੀ ਦੀ ਸੰਭਾਲ ਕੀਤੀ ਹੈ, ਕਿਨਾਰੇ 'ਤੇ ਛੱਡ ਦਿੱਤਾ, ਨਾ ਦਰਖਤਾਂ ਨੇ ਮਰੇ ਹੋਏ ਡੈਡ ਪੱਤਿਆਂ ਦੀ ਆਪਣੇ ਕੋਲ ਸੰਭਾਲ ਕੀਤੀ, ਆਪਣੇ ਤੋਂ ਵਿਛੋੜ ਦਿੱਤਾ, ਤੇ ਨਾ ਹੀ ਕਿਸੇ ਮ੍ਰਿਤਕ ਸਰੀਰ ਨੂੰ ਕਦੇ ਕਿਸੇ ਘਰ ਵਿੱਚ ਸੰਭਾਲ ਕੇ ਰੱਖਿਆ ਹੈ, ਉਸ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ। ਤੇ ਸਾਧ ਸੰਗਤ, ਫਿਰ ਜਿਹੜੇ ਮ੍ਰਿਤਕ ਨਹੁੰ ਹਨ, ਜੋ ਡੈਡ ਨਹੁੰ ਹਨ, ਮਾਸ ਤੋਂ ਅੱਗੇ ਵਧਿਆ ਹੋਇਆ ਹਿੱਸਾ, ਉਸ ਨੂੰ ਅਸੀਂ ਸੰਭਾਲ ਕੇ ਕਿਉਂ ਰੱਖਣਾ। ਜੋ ਜਿਉਂਦਾ ਕੇਸ ਸੀ ਉਹਨਾਂ ਦੀ ਤਾਂ ਅਸੀਂ ਸੰਭਾਲ ਕੀਤੀ, ਤੇ ਜਿਹੜੇ ਡੈਡ ਨੇਲ ਸੀ ਉਹ ਅਸੀਂ ਆਪਣੀ ਬੋਡੀ ਨਾਲੋਂ ਵੱਖਰੇ ਕਰ ਦਿੱਤੇ। ਗੁਰੂ ਬਖਸ਼ਿਸ਼ ਕਰੇ ਕਿਤੇ ਸਾਨੂੰ ਕੇਸਾਂ ਦੀ ਇੰਪੋਰਟੈਂਸ ਸਮਝ ਆ ਜਾਏ, ਅਸੀਂ ਸਾਬਤ ਸੂਰਤਾ ਸਰੂਪ ਦੀ ਰਿਸਪੈਕਟ ਕਰਨੀ ਸਿੱਖ ਲਈਏ। ਤੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਵਿਸਾਖੀ ਆ ਰਹੀ ਹੈ, ਗੁਰੂ ਬਖਸ਼ਿਸ਼ ਕਰੀਏ, ਗੁਰੂ ਬਖਸ਼ਿਸ਼ ਕਰੇ ਅਸੀਂ ਪਾਉਲ ਛਕ ਕੇ, ਗੁਰੂ ਵਾਲੇ ਬਣ ਕੇ, ਸਿੱਖੀ ਦੇ ਸਕੂਲ ਦੇ ਵਿੱਚ ਐਡਮਿਸ਼ਨ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਾਈ ਕਰ ਸਕੀਏ।